ਕੇਂਦਰ ਸਰਕਾਰ ਵੱਲੋਂ ਲਿਆਏ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਪਲੇਟਫਾਰਮ ਉਤੇ ਇਕੱਠੇ ਹੋ ਕੇ ਇਹਨਾਂ ਬਿੱਲਾਂ ਨੂੰ ਵਾਪਸ ਲੈਣ ਲਈ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਨਮਾਇਸ਼ ਕੀਤੇ ਜਾ ਰਹੇ ਨੇ ਅਤੇ ਕੱਲ ਦੇਸ਼ ਭਰ ਦੀ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਨੈਸ਼ਨਲ ਹਾਈਵੇ ਸਟੇਟ ਤੇ ਧਰਨਾ ਲਗਾ ਕੇ ਜਾਮ ਕੀਤਾ ਗਿਆ। ਉੱਥੇ ਹੀ ਕੋਟਕਪੂਰਾ ਵਿੱਚ ਬਠਿੰਡਾ ਰੋਡ ਉਤੇ ਨੈਸ਼ਨਲ ਹਾਈਵੇ ਉਤੇ ਲੱਗੇ ਕਿਸਾਨਾਂ ਦੇ ਧਰਨੇ ਵਿੱਚ ਫਿਲਮ ਕਲਾਕਾਰ ਜੋਗਰਾਜ ਸਿੰਘ ਪਹੁੰਚੇ, ਜਿੱਥੇ ਉਹਨਾਂ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੁੰਦਿਆਂ ਪੰਜਾਬ ਨੂੰ ਅੱਜ ਬਰਬਾਦੀ ਦੇ ਕੰਢੇ ਲੈ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੋਸਿਆ। ਉੱਥੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਯੋਗਰਾਜ ਨੇ ਕਿਹਾ ਕਿ ਅੱਜ ਜੋ ਕਿਸਾਨ ਲੜਾਈ ਲੜ ਰਿਹਾ ਹੈ ਉਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਲੜਾਈ ਹੈ ਜੋ ਕਿਸਾਨੀ ਦੇ ਨਾਲ ਜੁੜਿਆ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਸਰਕਾਰ ਦੇ ਖਿਲਾਫ ਨਹੀਂ ਅਤੇ ਜੋ ਗਲਤ ਹੈ ਉਸ ਨੂੰ ਗਲਤ ਕਿਹਾ ਜਾਣਾ ਬਹੁਤ ਜ਼ਰੂਰੀ ਹੈ, ਜਿਵੇਂ ਅੱਜ ਕੇਂਦਰ ਸਰਕਾਰ ਗਲਤ ਕਰ ਰਹੀ ਹੈ। ਉੱਥੇ ਹੀ ਉਹਨਾਂ ਦੇ ਵੱਲ ਸੰਸਦ ਵਿੱਚ ਵੀ ਵਾਕਆਊਟ ਕਰਨ ਦੀ ਬਜਾਏ ਉੱਥੇ ਹੀ ਖੇਤੀ ਬਿੱਲਾਂ ਦਾ ਵਿਰੋਧ ਕਰਕੇ ਆਪਣਾ ਰੋਸ ਜ਼ਾਹਿਰ ਕਰਨਾ ਚਾਹਿਆ। मैं तो जब का बिल पास होया हर जगह मेरे ख्याल पंजाब लिटरली 3 के हिस्से में गा ही दिता है और मेरी ये कोशिश रही है कि मैं थां जावां बजाए कि एक जगह बैठ के उत्थे आपां गल करिए। और मैनू इस गल की बड़ी खुशी है कि तुसी सारे मुआज़िब प्रेस वाले ने बड़ा साथ दिता है, क्योंकि थोथों बगैर शायद इन्नी आवाज़ हिंदुस्तान के तख्तो ताज तक नहीं सी जा सकती। और मेरी बस एक कोई कंसर्न है कि मैं कोई पर्टिकुलर गल नहीं करना चाहता, सारे वर्ग नूं लैके मैं नाल तुरना चाहना, सुनेहा देना चाहना। बेशक वो अपना किसान है, बेशक वो अपना मजदूर है, बेशक वो किसी भी वर्ग का बंदा है और किसी भी धर्म का बंदा है। और एक गल मैं कह देना बहुत जरूरी समझदा कि सारे ही लखते जिगर ने, सारे ही पंजाब दे ने। जे आपां पुराने पंजाब की गल करिए तिब्बत तो लैके कश्मीर तो लैके सचिन तो लैके कित्थे आप कंधार तक, उदों भी सारे पंजाबी सी। मैं एक फिल्म की सज्जन सिंह रंगरूट, उहदे विच एक जनरल जोरावर सिंह का मैं रोल प्ले किया और 84,000 बंदा सी। और जब मैं उहदे बारे पढ़िया और जो 84,000 चो 83,000 बंदा जोड़ा है वो शहीद होया, वो सारे वर्ग के बंदे सी, हिंदू सी, सिख सी, मुसलमान सी, ईसाई सी, सारे सी। सो मैं समझदा कि अज का एक ऐसा वक्त है जिथे आप सारे पंजाबियों, जद कि पार्टीशन तो पहलां दी आपां गल करिए ਜਿਹੜੇ ਜ਼ਿਮੀਦਾਰ ਹੁੰਦੇ ਸੀ ਹੈ ਜੀ, ਜੱਟ ਜ਼ਿਮੀਦਾਰ, ਖੱਤਰੀ ਜ਼ਿਮੀਦਾਰ, ਬ੍ਰਾਹਮਣ ਜ਼ਿਮੀਦਾਰ, ਸਾਰੇ ਆਪਾਂ ਇੱਕੋ ਜਾਤੀ ਦੇ ਇੱਕੋ ਪ੍ਰਾਤੀ ਦੇ ਬੰਦੇ ਆਪਾਂ ਇੱਕ ਪਲੇਟ 'ਚ ਰੋਟੀ ਖਾਇਆ ਕਰਦੇ ਸੀ ਔਰ ਕਦੇ ਕੋਈ ਫਰਕ ਨਹੀਂ ਸੀ। ਮੈਂ ਸਮਝਦਾ ਉਹ ਇੱਕ ਮਿੰਟ ਗੱਲ ਮੈਨੂੰ ਕਰ ਵਿੱਚ ਨਾ ਜੀ ਬੋਲਿਓ, ਉਹ ਸਾਰਾ ਪੰਜਾਬ ਮੈਂ ਵਾਪਸ ਲਿਆਉਣਾ ਚਾਹੁੰਦਾ ਔਰ ਦੇਖਣਾ ਚਾਹੁੰਦਾ ਕਿ ਉਸ ਪੰਜਾਬ ਦੇ ਵਿੱਚ ਭਾਈਚਾਰਾ ਜਿਹੜਾ ਸੀ ਉਹ ਜਿੱਦਣ ਆ ਜਾਏਗਾ ਮੈਂ ਸਮਝੂਗਾ ਆਪਣੀ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਵੇ। ਔਰੰਗਜ਼ੇਬ ਤੋਂ ਵੱਡਾ ਤਾਂ ਤਖਤੋ ਤਾਜ ਦਾ ਮਾਲਕ ਕੋਈ ਨਹੀਂ ਹੋਇਆ। ਉਹਦੇ ਕੰਨ 'ਚ ਗੱਲ ਪਾਉਣ ਵਾਸਤੇ 11 ਗੁਰੂਆਂ ਨੂੰ ਜਨਮ ਲੈਣਾ ਪਿਆ, ਪੀਰ ਪੈਗੰਬਰਾਂ ਨੂੰ ਜਨਮ ਲੈਣਾ ਪਿਆ, ਦੇਵੀ ਦੇਵਤਿਆਂ ਨੂੰ ਜਨਮ ਲੈਣਾ ਪਿਆ, ਸਾਡੇ ਰਿਸ਼ੀ ਮੁਨੀਆਂ ਨੂੰ ਜਨਮ ਲੈਣਾ ਪਿਆ, ਫਿਰ ਜਾ ਕੇ ਉਹਦੇ ਕੰਨ 'ਚ ਜੂੰ ਸਰਕੀ। ਔਰ ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਉਹ ਤਖਤੋ ਤਾਜ ਦਾ ਮਾਲਕ ਹੀ ਨਹੀਂ ਰਿਹਾ। ਔਰ ਅੱਜ ਔਰੰਗਾਬਾਦ ਦੇ ਵਿੱਚ ਤੁਸੀਂ ਕਬਰ ਜਾ ਕੇ ਦੇਖੋ ਤਾਂ ਉੱਥੇ ਮੰਗਤੇ ਤੇਲ ਮੰਗਦੇ ਵੀ ਮੈਂ ਦੀਵਾ ਬਾਲਣਾ। ਤੇ ਮੈਂ ਕਈ ਵਾਰੀ ਸੋਚਦਾ ਹੋਣਾ ਕਿ ਤੂੰ ਉਹ ਔਰੰਗਜ਼ੇਬ ਹੈ ਜਿਹਨੇ ਗੁਰੂ ਮਹਾਰਾਜ ਨੂੰ ਅੱਜ ਜਿਨ੍ਹਾਂ ਦਾ ਸੀਸ ਤੂੰ ਲਾਇਆ ਸੀ ਤੇ ਬੱਚਿਆਂ ਨੂੰ ਚਿਣਿਆ ਸੀ, ਤੇ ਅੱਜ ਤੇਰੇ ਇੱਥੇ ਬਿੱਠਾਂ ਕਰਦੇ ਲੋਕ ਤੇ ਤੇਰੇ ਇੱਥੇ ਦੀਵਾ ਬਾਲਣ ਵਾਸਤੇ ਤੇਲ ਹੈ ਨਹੀਂ। ਤੇ ਗੁਰੂਆਂ ਮਹਾਰਾਜ ਤੇ ਪੀਰਾਂ ਪੈਗੰਬਰਾਂ ਤੇ ਜਾ ਕੇ ਦੇਖੋ ਮੰਦਰਾਂ ਗੁਰਦੁਆਰਿਆਂ 'ਚ ਪੈਸੇ ਦਾ ਚੜਾਵਾ ਤੇ ਲੋਕੀ ਉੱਥੇ ਆਉਂਦੇ ਜਾਂਦੇ ਆ। ਸੋ ਮੇਰਾ ਖਿਆਲ ਅੱਜ ਨਹੀਂ ਤਾਂ ਕੱਲ੍ਹ ਮੈਂ ਕਿਸੇ ਗੌਰਮੈਂਟ ਦੇ ਖਿਲਾਫ ਨਹੀਂ, मैं किसी लीडर के खिलाफ नहीं, लेकिन जे कोई गलत है तो वह गलत है। और जो गलती इन्होंने की है इन्होंने शायद ये नहीं सी पता कि पंजाब दी हिंदुस्तान के टुकड़े क्यों करना चाਹੁੰਦੇ ਤੁਸੀਂ। ਪਹਿਲਾਂ ਆਪਾਂ ਪਾਕਿस्तान बना के कितनी गलती की है, साडा भाईचारा टुट गया सातों। हुण अज की डेट दे विच जे तुसी ये काम करोगे, ए तानाशाही करोगे तो फिर ਉਹਦਾ ਜਿਹੜਾ है जिदन गजगिरी तो बहुत तगड़ी गिजूगी। हुण तुहाडे सामने देखो असर सेंटर ते होवे ना होवे हिंदुस्तान ते असर हो रहा है, तुहाडे सारिਆਂ ते हो रहा है अज नहीं तो कल। क्योंकि जब भी कोई अंदोलन चलता है, जब भी कोई जागृति आती है, वो टाइम तो लगता ही है। और मैं समझदा आने वाले टाइम के असर नहीं, बहुत असर होई। जिहड़े शहीद हो गए उन्होंने परिवारों की नहीं हुई, उन्होंने चुल्हे के विच घाह उग गया, उन्होंने परिवारों ने 72 जिंदगी गुजार की। आपां कुछ किया? किसी ने अपने घरों रोटी दी, किसी ने जाके उन्होंने बच्चों का ख्याल किया? ਅੱਜ किसान के बच्चे ਜਿਹੜੇ ਹੈਗੇ जिन्हों के माँ प्यो ने आप खुदकुशी कर ली, आप उन्होंने ख्याल कर रहे हैं, आप उन्हें रोटी दे रहे हैं, आप उन्होंने स्कूल कॉलेज बच्चे को पढ़ा रहे हैं। मैं समझदा आप सारे पंजाब दे विच एक मिनट जी मैंने गल पूरी कर लेने दो। अज जे आप एक पिंड गोद लै लैन NRI
ਤੇ ਆਪਾਂ ਇੱਕ ਘਰ ਗੋਦ ਲੈ ਲਈਏ, ਮੈਂ ਸਮਝਦਾ ਇਹ ਸਮੱਸਿਆ ਰਹਿ ਨਹੀਂ ਸਕਦੀ। ਤੁਸੀਂ ਕੀ ਸਮਝਦੇ ਹੋ ਇਸ ਅੰਦੋਲਨ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਹੈ, ਇਹਦੇ ਵਿੱਚ ਨਾ ਕਦੇ ਜਾ ਕੇ ਗੱਲ ਹੋਊਗੀ? ਹੋ ਸਕਦਾ ਇੱਥੇ ਬਹੁਤ ਕੁਝ ਹੋਵੇ, ਲੇਕਿਨ ਸਾਥੀ ਹਾਥ ਬੜਾਣਾ, ਸਾਥੀ ਸਾਰੇ ਮਿਲ ਕੇ ਬਾਂਹ 'ਚ ਬਾਂਹ ਪਾ ਕੇ ਜਦ ਤੁਰਾਂਗੇ ਨਾ, ਤਾਂ ਫਿਰ ਤਾਂ ਵੱਡੀਆਂ ਵੱਡੀਆਂ ਹਨੇਰੀਆਂ ਦੂਰ ਹੋ ਜਾਂਦੀਆਂ। ਤਾਂ ਗੱਲ ਹੀ ਕੁਝ ਨਹੀਂ। ਮੈਂ ਹਮੇਸ਼ਾ ਪੰਜਾਬੀ ਸੂਬੇ ਦੀ ਗੱਲ ਕੀਤੀ ਹੈ, ਔਰ ਜਦ ਮੈਂ ਪੰਜਾਬੀ ਸੂਬੇ ਦੀ ਗੱਲ ਕਰਦਾ ਉਦੋਂ ਮੈਂ ਸਾਰੇ ਵਰਗ ਦੀ ਗੱਲ ਕਰਦਾ। ਪੰਜਾਬੀ ਸੂਬਾ ਤਿੱਬਤ ਤੋਂ ਲੈ ਕੇ ਕੰਧਾਰ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਸਚਿਨ ਤੋਂ ਲੈ ਕੇ ਦਿੱਲੀ ਤੱਕ ਇਹ ਪੰਜਾਬੀ ਸੂਬਾ। ਅੱਜ ਵੀ ਮੈਂ ਪੰਜਾਬੀ ਸੂਬੇ ਦੀ ਗੱਲ ਕਰਦਾ। ਜਦੋਂ ਪਾਰਟੀਸ਼ਨ ਹੋਈ ਉਦੋਂ ਵੀ ਪੰਜਾਬੀ ਸੂਬੇ ਦੀ ਗੱਲ ਹੈ। ਜਦ ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੋਗੇ ਉਦੋਂ ਸਾਰੇ ਵਰਗ ਦੇ ਲੋਕ ਤੁਹਾਡੇ ਬਰਾਬਰ ਚੱਲਣਗੇ, ਸਾਡੇ ਧਰਮ ਦੇ ਲੋਕ ਤੁਹਾਡੇ ਨਾਲ ਚੱਲਣਗੇ। ਕੈਸਾ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਇਆ ਜਿਹਨੇ 40 ਸਾਲ ਰਾਜ ਕੀਤਾ, ਔਰ ਉਸ ਰਾਜ ਦੇ ਵਿੱਚ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਕਦੇ ਧਰਮ ਪਿੱਛੇ ਲੜਾਈ ਨਹੀਂ ਹੋਈ, ਕਦੇ ਜ਼ਿੰਦਗੀ ਦੇ ਵਿੱਚ ਐਜੀਟੇਸ਼ਨ ਨਹੀਂ ਹੋਈ, ਕਦੇ ਉੱਥੇ ਕਿਸੇ ਗਲਤ ਚੰਗੇ ਆਦਮੀ ਨੂੰ ਕਦੇ ਸਜ਼ਾ ਨਹੀਂ ਮਿਲੀ, ਔਰ ਹਰ ਅਨਾਜ ਮਿਲਦਾ ਰਿਹਾ। ਰਾਤ ਨੂੰ ਧੀਆਂ ਭੈਣਾਂ ਲੋਕ ਆਪਣੇ ਕੰਮ ਕਰਦੇ ਸੀ ਤੇ ਤਾਲੇ ਨਹੀਂ ਸੀ ਲੱਗਦੇ। 40 ਸਾਲ ਉਹ ਰਾਜ ਤੋਂ ਆਪਾਂ ਕੀ ਸਿੱਖਿਆ ਕਿ ਮੁਲਤਾਨ ਦੀ ਲੜਾਈ ਤੋਂ ਬਾਅਦ ਉਹਨੇ ਦੋਨੋਂ ਭਰਾਵਾਂ ਨੂੰ ਇਹ ਕਿਹਾ ਵੀ ਤੂੰ ਲੜਿਆ ਬਹੁਤ ਜ਼ਬਰ ਜੰਗ ਹੈ, ਆ ਲੈ ਤੂੰ ਫੜ, ਅੱਜ ਤੋਂ ਬਾਅਦ ਤੈਨੂੰ ਮਾਫ ਕੀਤਾ, ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ। ਧੌਲ ਧਰਮ ਦਇਆ ਕਾ ਪੂਤ, ਜਿਹਦੇ ਹਿਰਦੇ 'ਚ ਦਇਆ ਨਹੀਂ ਹੈ ਉਹ ਬੰਦਾ ਜ਼ਿੰਦਗੀ 'ਚ ਮੈਂ ਸਮਝਦਾ ਇੱਕ ਜਾਨਵਰ ਦੇ ਨਾਈ ਹੈ। ਤੇ ਆਪਾਂ ਇਨਸਾਨ ਆ, ਜਿੰਨੀ ਦਇਆ ਜਿੰਨਾ ਪਿਆਰ ਆਪਾਂ ਇੱਕ ਦੂਜੇ ਨੂੰ ਨਾਲ ਲੈ ਕੇ ਇੱਕ ਦੂਜੇ ਨਾਲ ਕਰਾਂਗੇ, ਮੈਂ ਸਮਝਦਾ ਆਉਣ ਵਾਲਾ ਪੰਜਾਬ, ਆਉਣ ਵਾਲਾ ਹਿੰਦੁਸਤਾਨ ਬਹੁਤ ਖੂਬਸੂਰਤ ਹੋਊਗਾ। ਔਰ ਮੈਂ ਇੱਕ ਗੱਲ ਭਾਜੀ ਹੋਰ ਪੁੱਛਣਾ ਚਾਹੁੰਦਾ, ਹਿੰਦੁਸਤਾਨ ਕਿਸੇ ਦੇ ਬਾਪ ਦਾ ਹੈ, ਅਸੀਂ ਹਿੰਦੁਸਤਾਨ ਨੂੰ ਅੱਡ ਨਹੀਂ ਹੋਣ ਦੇਣਾ, ਅਸੀਂ ਹਿੰਦੁਸਤਾਨ ਦੇ ਟੁਕੜੇ ਨਹੀਂ ਹੋਣ ਦੇਣੇ। ਅੱਗੇ ਅਸੀਂ ਪਾਕਿਸਤਾਨ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਹਿੰਦੁਸਤਾਨ ਸਾਡਾ ਕੰਧਾਰ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੋਂ ਲੈ ਕੇ ਅੱਜ ਵੀ ਚੀਨ ਵਾਲਿਆਂ ਨੂੰ ਪੁੱਛੋ ਵੀ ਸਾਡੀ ਜ਼ਮੀਨ 'ਤੇ ਉਹਨੇ ਕਬਜ਼ਾ ਕੀਤਾ ਹੋਇਆ, ਉਹ ਹਮੇਸ਼ਾ ਗੱਲ ਕਰ ਦਿੰਦੇ ਨੇ ਕਿ ਜੀ ਇਹ ਸਿੱਖਾਂ ਦੀ ਚੀਜ਼ ਹੈ, ਸਿੱਖ ਲੈ ਜਾਣ। ਇਹ ਸਾਡੀ ਚੀਜ਼ ਹੈ, ਸਾਡੇ ਸਾਰੇ ਵਰਗ ਦੀ ਚੀਜ਼ ਆ, ਸਾਨੂੰ ਵਾਪਸ ਕਰਨੀ ਚਾਹੀਦੀ ਹੈ। ਸੋ ਜਿੱਦਣ ਆਪਾਂ ਆਵਾਜ਼ ਸਾਰੇ ਦੀ ਉਠਾਵਾਂਗੇ, ਇੱਕ ਮਜ਼ਦੂਰ ਜਿਹੜਾ ਰੋੜੀ ਢੋਂਦਾ ਮੈਨੂੰ ਉਹ ਵੀ ਬਹੁਤ ਪਿਆਰਾ, ਇੱਕ ਰਿਕਸ਼ਾ ਚਲਾਉਂਦਾ ਮੈਨੂੰ ਉਹ ਵੀ ਬੜਾ ਪਿਆਰਾ। ਇਹ ਲੋਕ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਮੋਢੇ ਤੇ ਬਿਠਾ ਕੇ ਚੱਲੋਗੇ ਤੁਸੀਂ, ਤਾਂ ਗੱਲ ਹੈ। ਜਦ ਗੁਰੂ ਸਾਹਿਬ ਨੇ ਇੱਕ ਪ੍ਰਥਾ ਬਣਾਤੀ ਕਿ ਬਈ ਸਾਰੇ ਇੱਕੋ ਜਗ੍ਹਾ ਬੈਠ ਕੇ ਰੋਟੀ ਖਾਣਗੇ, ਫਿਰ ਉੱਥੇ ਵੱਡਾ ਕੀ ਤੇ ਛੋਟਾ ਕੀ ਤੇ ਧਰਮੀ ਕੀ ਤੇ ਗਰੀਬ ਕੀ ਤੇ ਅਮੀਰ ਕੀ। ਮੈਂ ਉਹ ਸੁਨੇਹਾ ਲੈ ਕੇ ਆਇਆ ਔਰ ਮੈਂ ਕੌਮ ਨੂੰ ਜਗਾਉਣਾ ਚਾਹੁੰਦਾ, ਇਹ ਕਹਿਣਾ ਚਾਹੁੰਦਾ ਸਾਥੀਓ ਸਾਰੇ ਇਕੱਠੇ ਹੋ ਕੇ ਚੱਲੋ, ਸਾਰੇ ਧਰਮ ਆਪਣੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੱਲ ਹੀ ਖਤਮ ਹੋ ਜਾਏ। ਮੈਂ ਗੱਲ ਸਮਝਾਉਣਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਖੜੇ ਹੋ, ਸਾਰੀਆਂ ਆਪੋਜੀਸ਼ਨ ਪਾਰਟੀਆਂ ਇੱਕ ਪਾਸੇ ਹੋਣ, ਤੁਹਾਡੇ ਕੋਲ 70-80 ਐਮਪੀ ਤਾਂ ਹੋਣਗੇ, ਤੁਸੀਂ ਜਾ ਕੇ ਪ੍ਰੈਜ਼ੀਡੈਂਟ ਨੂੰ ਕਹਿ ਨਹੀਂ ਸਕਦੇ ਕਿ ਜੀ, ਕਿਉਂਕਿ ਤੁਹਾਨੂੰ ਸੰਵਿਧਾਨ ਦਾ ਪਤਾ ਹੋਣਾ, ਜੇ ਇੱਕ ਬੰਦਾ ਵੀ ਆਬਜੈਕਟ ਕਰਦਾ ਤਾਂ ਵੀ ਉਹ ਬਿੱਲ ਤੇ ਰੀਕਨਸੀਡਰੇਸ਼ਨ ਹੁੰਦੀ ਹੈ, ਇਹ ਆਪਣੇ ਪਾਰਲੀਮੈਂਟ ਦੇ ਵਿੱਚ। ਤੇ ਤੁਸੀਂ ਉੱਥੇ ਜਾ ਕੇ ਸਭ ਕੁਝ ਕਰ ਵੀ ਆਏ, ਇੰਡਾਇਰੈਕਟਲੀ ਤੁਸੀਂ ਬਿੱਲ ਵੀ ਪਾਸ ਕਰਾ ਲਿਆ, ਤੇ ਇੱਥੇ ਆ ਕੇ ਫਿਰ ਡਰਾਮੇਬਾਜ਼ੀ ਕਰਨ ਦੀ ਕੀ ਲੋੜ ਹੈ? ਮੈਂ ਇਹ ਕਹਿਣਾ ਚਾਹੁੰਦਾ। ਹਾਂ, ਤੁਸੀਂ ਸਪਸ਼ਟ ਹੋ ਕੇ ਉੱਥੇ ਵਾਕਆਊਟ ਕਿਉਂ ਕੀਤਾ? ਤੁਸੀਂ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਆਹ ਪਏ ਨੇ ਬਿੱਲ, ਅਸੀਂ ਬਿੱਲ ਨਹੀਂ ਪਾਸ ਹੋਣ ਦੇਣਾ, ਭਾਵੇਂ ਉੱਥੇ ਡਾਂਗਾ ਚੱਲਦੀਆਂ ਜੋ ਮਰਜ਼ੀ ਹੁੰਦਾ, ਫਿਰ ਮੈਂ ਸਮਝਦਾ ਹਾਂ ਵੀ ਇਹ ਬੰਦੇ ਠੀਕ ਨੇ। ਨਹੀਂ, ਇੱਕ ਮਿੰਟ, ਇਸੇ ਕਰਕੇ ਮੈਂ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਰਾਜਾ ਹੋ ਕੈਸਾ ਹੋ, ਰਾਜਾ ਐਸਾ ਹੋਣਾ ਚਾਹੀਦਾ। ਤੁਸੀਂ ਸਾਰੇ ਆਪਣੇ ਆਪਣੇ ਘਰ ਚਲਾਉਂਦੇ ਹੋ, ਤੁਹਾਡੇ ਬੱਚੇ ਹੈ, ਬੀਵੀ ਹੈ, ਮਾਂ ਪਿਓ ਹੈ ਘਰ ਦੇ ਵਿੱਚ, ਤੁਹਾਨੂੰ ਰਾਤ ਨੂੰ ਕਿਵੇਂ ਨੀਂਦ ਆਉਂਦੀ ਹੈ ਜਦ ਤੁਹਾਡੇ ਬੱਚੇ, ਤੁਹਾਡੇ ਮਾਂ ਪਿਓ ਜਾਂ ਤੁਹਾਡੇ ਘਰ ਦੇ ਭੁੱਖੇ ਸੌਂਦੇ ਆ? ਮੈਂ ਸਮਝਦਾ ਨਾ ਰਹਿਨੁਮਾ ਹਿੰਦੁਸਤਾਨ ਦਾ ਜਾਂ ਸੀਐਮ ਜਾਂ ਕੋਈ ਵੀ, ਉਹ ਸਾਡੇ ਮਾਤਾ ਪਿਤਾ ਨੇ, ਉਹ ਸਾਡੇ ਰਹਿਨੁਮਾ ਨੇ। ਅਸੀਂ ਇਹ ਉਮੀਦ ਕਰਦੇ ਹਾਂ ਕਿ ਜਾ ਕੇ ਉਹਨਾਂ ਕੋਲ ਰੋਵਾਂਗੇ ਵੀ ਸਾਡੀ ਇਹ ਤਕਲੀਫ ਹੈ, ਸਾਨੂੰ ਗੱਲ ਨਾ ਲਾ ਕੇ ਕਹਿਣਗੇ ਪੁੱਤਰਾ ਮੈਂ ਰੋਟੀ ਬਾਅਦ 'ਚ ਖਾਊਂਗਾ, ਪਹਿਲਾਂ ਤੇਰਾ ਢਿੱਡ ਭਰੂੰਗਾ। ਰਾਜਾ ਐਸਾ ਹੋਣਾ ਚਾਹੀਏ। ਕੌਣ ਕੀ ਕਰ ਰਿਹਾ ਮੈਨੂੰ ਨਹੀਂ ਪਤਾ, ਮੈਨੂੰ ਸਿਰਫ ਇਹ ਪਤਾ ਹੈ ਕਿ ਮੈਂ ਕੀ ਕਰਨਾ ਹੈ, ਮੇਰੀ ਕੀ ਡਿਊਟੀ ਲੱਗੀ ਹੈ, ਉਹ ਜ਼ਰੂਰੀ ਹੈ। ਪਹਿਲੀ ਗੱਲ ਤਾਂ ਮੈਂ ਕਰਨਾ ਚਾਹੁੰਦਾ ਕਿ ਜਦ ਕਿਸੇ ਕੋਲ 50 ਏਕੜ ਜ਼ਮੀਨ ਸੀ, 100 ਏਕੜ ਜ਼ਮੀਨ ਸੀ, 200 ਏਕੜ ਜ਼ਮੀਨ ਸੀ, 18 ਕਿੱਲੇ ਦੀ ਸੀਲਿੰਗ ਕਿਉਂ ਲੱਗੀ? ਉਦੋਂ ਤੱਕ ਕੋਈ ਨਹੀਂ ਬੋਲਿਆ। ਕਿਉਂ ਨਹੀਂ ਬੋਲਿਆ ਦੱਸੋ ਮੈਨੂੰ? ਉਦੋਂ ਕਿਸੇ ਨੇ ਆਵਾਜ਼ ਨਹੀਂ ਚੱਕੀ, ਉਦੋਂ ਕਿਸੇ ਪ੍ਰੈਸ ਵਾਲੇ ਨੇ ਆਵਾਜ਼ ਨਹੀਂ ਚੱਕੀ, ਉਦੋਂ ਨਹੀਂ ਸੀ ਤੁਹਾਨੂੰ ਪਤਾ ਕਿ ਤੁਹਾਡੀਆਂ ਜ਼ਮੀਨਾਂ ਗੌਰਮੈਂਟ ਨੇ ਲੈ ਜਾਣੀਆਂ, ਤੁਹਾਨੂੰ 18 ਕਿੱਲੇ ਪਰਿਵਾਰ ਨੂੰ ਦੇਤੀ। ਇਹ ਜਿਹੜੀ ਜੜ ਹੈ ਇਹ ਹੁਣ ਦੀ ਨਹੀਂ ਬੀਜੀ ਹੋਈ, ਬਹੁਤ ਪੁਰਾਣੀ ਬੀਜੀ ਹੈ। ਜਦ ਬੰਦੇ ਨੂੰ ਭੁੱਖ ਪੈ ਜਾਏ ਨਾ ਪੈਸੇ ਦੀ ਤੇ ਕੁਰਸੀ ਦੀ, ਉਹ ਹਮੇਸ਼ਾ ਗਲਤ ਪਾਸੇ ਤੁਰ ਪੈਂਦਾ। ਇਹ ਕੁਦਰਤੀ ਹੈ, ਤਪੋ ਰਾਜ ਰਾਜੋ ਨਰਕ। ਸੋ ਮੈਂ ਸਮਝਦਾ ਜੇ ਭਾਜੀ ਮੈਨੂੰ ਤੁਹਾਡੀ ਤਕਲੀਫ ਹੈ ਨਾ ਕਿ ਤੁਹਾਡੀ ਜੁੱਤੀ ਦੇ ਵਿੱਚ ਕਿੱਲ ਹੈ ਤੇ ਚੁੱਭਦਾ, ਤੁਹਾਡੇ ਤੋਂ ਪਹਿਲਾਂ ਮੈਨੂੰ ਚੁੱਭਣਾ ਚਾਹੀਦਾ। ਮੈਨੂੰ ਇਹ ਪੁੱਛਣਾ ਚਾਹੀਦਾ ਵੀਰ ਮੇਰੇ ਤੂੰ ਰੋਟੀ ਖਾ ਲਈ ਕਿ ਨਹੀਂ ਖਾ ਲਈ? ਮੈਨੂੰ ਇਹ ਪੁੱਛਣਾ ਚਾਹੀਦਾ ਰਿਕਸ਼ੇ ਵਾਲੇ ਨੂੰ ਪੁੱਤਰ ਤੂੰ ਰੋਟੀ ਖਾਧੀ ਨਹੀਂ ਖਾਧੀ? ਮੈਂ ਆਹੀ ਗੱਲ ਪਹਿਲਾਂ ਕੀਤੀ ਸੀ, ਜੇ 100 ਰੋਟੀਆਂ ਹਰ ਇੱਕ ਬੰਦਾ ਲੈ ਕੇ ਚੱਲੇ ਤਾਂ ਕੀ ਗੱਲ ਤੁਸੀਂ ਜਾਂਦੇ ਜਾਂਦੇ ਭੁੱਖੇ ਨੂੰ ਰੋਟੀ ਨਹੀਂ ਦੇ ਸਕਦੇ? ਸੋ ਜਦ ਤੁਹਾਨੂੰ ਦੂਜੀ ਦੀ ਤਕਲੀਫ ਦਿਖੂਗੀ ਨਾ ਕਿ ਹਾਂ ਵੀ ਇਹ ਮੇਰਾ, ਤੁਹਾਡੇ ਮੇਰੇ ਖੂਨ 'ਚ ਕੀ ਫਰਕ ਹੈ? ਲਿਆਓ ਤਾਂ ਚਾਕੂ ਵੱਢ ਕੇ ਆਪਾਂ ਸਾਰੇ ਖੂਨ ਭਰਦੇ ਹਾਂ, ਤਾਂ ਮੈਨੂੰ ਦੱਸੋ ਉਹ ਕਿਹੜੇ ਤੁਪਕੇ ਦਾ? ਤੁਹਾਨੂੰ ਸਭ ਨੂੰ ਪਿਆਰ ਕਰਨਾ ਪੈਣਾ, ਹਿੱਕ ਨਾਲ ਲਾਉਣਾ ਪੈਣਾ।
मैं उतरदा गड्डी चो, भावां रिक्शे वाला, भावां कोई है, भावां बूट पॉलिश करना, मैं चक के अपने हिक नाल ला लेना, क्योंकि ये जरूरी है जिंदगी दे विच। कोई भी इंसान होवे ਉਹਨੂੰ ਦੂਜੇ ਦਾ ਪਹਿਲਾਂ ਦਰਦ ਮਹਿਸੂਸ ਹੋਣਾ ਚਾਹੀਦਾ ਹੈ, ਔਰ ਜਦ ਤੁਹਾਡੇ ਕੋਲ ਦਰਦ ਮਹਿਸੂਸ ਨਹੀਂ ਹੁੰਦਾ ਤੁਸੀਂ ਇਨਸਾਨ ਬਣ ਹੀ ਨਹੀਂ ਸਕਦੇ। ਮੈਂ ਸਮਝਦਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ, ਇਕਜੁੱਟ। ਸਾਡੇ ਪੰਜਾਬੀਆਂ 'ਚ ਇਹ ਪ੍ਰੋਬਲਮ ਹੈ, ਜੇ ਨਾ ਹੁੰਦਾ, ਜੇ ਧਿਆਨ ਚੰਦ ਡੋਗਰੇ ਵਰਗਿਆਂ ਦਾ ਪਤਾ ਲੱਗ ਜਾਂਦਾ ਮਹਾਰਾਜਾ ਰਣਜੀਤ ਸਿੰਘ ਨੂੰ, ਜਿਹਨੂੰ ਕਿ ਪਤਾ ਲੱਗਣਾ ਚਾਹੀਦਾ ਸੀ, ਤਾਂ ਉਹ ਰਾਜ ਨਹੀਂ ਸੀ ਪੰਜਾਬੀਆਂ ਦਾ ਕਦੇ ਜਾਂਦਾ। ਮੈਂ ਕਦੇ ਇੱਕ ਵਰਗ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਗੱਲ ਕਰਦਾ। ਜੇ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਆਪਣੇ ਧਿਆਨ ਚੰਦ ਡੋਗਰੇ ਵਰਗੇ ਜਾਂ ਜਿਹੜੇ ਦੂਜੇ ਵਰਗ ਦੇ ਬੰਦੇ ਹੋਏ ਨੇ ਉਹ ਗੱਦਾਰ ਨੇ। ਸਾਡੀ ਪ੍ਰੋਬਲਮ ਇਹ ਹੈ ਪੰਜਾਬ ਦੇ ਵਿੱਚ, ਜਿੰਨੇ ਅਸੀਂ ਜਰਨੈਲ ਪੈਦਾ ਕੀਤੇ ਉਹਨੇ ਗੱਦਾਰ ਵੀ ਪੈਦਾ ਕੀਤੇ। ਸਾਡੇ ਘਰ ਦੇ ਵਿੱਚ ਆਪ ਦੇ ਬੰਦੇ ਸਾਡੇ ਹੀ ਮਾਰਨ ਨੂੰ ਤਿਆਰ ਨੇ। ਸੋ ਮੈਂ ਸਮਝਦਾ ਕਿ ਹਰ ਚੀਜ਼ ਜਿਹੜੀ ਹੈਗੀ ਉਹਨੂੰ ਟਾਈਮ ਲੱਗਦਾ, ਹਰ ਅੰਦੋਲਨ ਜਿਹੜਾ ਹੈ, ਕਿਉਂਕਿ ਇਹ ਵਿਚਾਰਾਂ ਦੀ ਲੜਾਈ ਹੈ, ਠੀਕ ਹੈ ਨਾ। ਵਿਚਾਰ ਹੀ ਬਣਦੇ ਨੇ, ਆਪਣੇ ਵਿਚਾਰ ਨਹੀਂ ਮਿਲਦੇ ਤਾਂ ਆਪਣੇ ਟਕਰਾਅ ਹੁੰਦਾ। ਮੈਂ ਸਮਝਦਾ ਤੁਹਾਡੀ ਡਿਸਕਸ਼ਨ ਹੋਣੀ ਚਾਹੀਦੀ ਹੈ, ਤੁਹਾਡੀ ਆਰਗੂਮੈਂਟ ਨਹੀਂ ਹੋਣੀ ਚਾਹੀਦੀ। ਤੁਸੀਂ ਇੱਕ ਦੂਜੇ ਦੇ ਤਸੀਹੇ ਨਾ ਖਿੱਚੋ, ਸੁਣੋ। ਤੁਸੀਂ ਕੁਝ ਕਹਿ ਰਹੇ ਹੋ, ਮੈਂ ਸੁਣਿਆ, ਮੈਂ ਕੁਝ ਕਿਹਾ, ਟੇਬਲ 'ਤੇ ਰੱਖਿਆ, ਆਵਾਮ ਨੇ ਫੈਸਲਾ ਕੀਤਾ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਪ੍ਰੈਸ ਕਾਨਫਰੰਸ ਦੇ ਵਿੱਚ ਡਿਸੀਜਨ ਕਿਉਂ ਨਹੀਂ ਹੋ ਸਕਦੇ? ਜਦ ਤੁਸੀਂ ਪਾਰਲੀਮੈਂਟ ਦੇ ਵਿੱਚ ਬੈਠ ਕੇ ਸਾਰਾ ਪਾਰਲੀਮੈਂਟੇਰੀਅਨ, ਜਿੱਥੇ ਆਪਾਂ ਕੁੱਤਿਆਂ ਵਾਂਗੂ ਲੜਦੇ ਹਾਂ, ਕਿੱਡੀ ਸ਼ਰਮ ਵਾਲੀ ਗੱਲ ਹੈ, ਉਹ ਦਿਖਾਇਆ ਜਾ ਸਕਦਾ ਹੈ। ਤੇ ਜਦ ਬਿੱਲ ਪਾਸ ਹੋ ਰਿਹਾ ਸੀ, ਉਦੋਂ ਪ੍ਰੈਸ ਨੂੰ ਵਿੱਚ ਬਿਠਾ ਕੇ ਹਿੰਦੁਸਤਾਨ ਦੀ ਨੂੰ ਇਹ ਆਵਾਮ ਕਿਉਂ ਨਹੀਂ ਡਿਸਕਸ਼ਨ ਕੀਤੀ? ਜਦ ਵੀ ਤੁਸੀਂ ਬੰਦ ਕਮਰੇ 'ਚ ਕੋਈ ਗੱਲ ਕਰੋਗੇ, ਚੋਰ ਤੇ ਠੱਗ ਬੰਦ ਕਮਰੇ 'ਚ ਗੱਲ ਕਰਦੇ ਹੁੰਦੇ ਆ। ਹੁਣ ਆਪਾਂ ਬੈਠੇ ਆ, ਜਿਹੜਾ ਮਰਜ਼ੀ ਸਵਾਲ ਤੁਸੀਂ ਮੈਨੂੰ ਪੁੱਛੋ, ਉਹਦਾ ਜਵਾਬ ਮੈਂ ਦੇਵਾਂਗਾ ਇੱਥੋਂ, ਤਾਂ ਤੁਹਾਨੂੰ ਪਤਾ ਲੱਗ ਜਾਊਗਾ ਯੁਵਰਾਜ ਸਿੰਘ ਝੂਠ ਬੋਲਦਾ। ਜਿਹੜਾ ਮੈਂ ਜਵਾਬ ਦੇਵਾਂ ਨਾ ਦਿਲ ਤੋਂ, ਉਹ ਕਿਉਂਕਿ ਤੁਹਾਡੇ ਦਿਲ ਵੀ ਤਾਰ ਵੱਜੂਗੀ, ਇਹ ਬੰਦਾ ਠੀਕ ਕਹਿੰਦਾ। ਸੋ ਮੈਂ ਸਮਝਦਾ ਸੱਚ ਤੇ ਝੂਠ ਦੀ ਲੜਾਈ ਹੈ। ਔਰ ਜ਼ਿੰਦਗੀ ਦੇ ਵਿੱਚ ਜਦ ਵੀ ਕੋਈ ਆਵਾਮ ਤੁਹਾਨੂੰ ਸਿਲੈਕਟ ਕਰਕੇ ਭੇਜਦੀ ਹੈ, ਆਵਾਮ ਵੋਟਾਂ ਪਾ ਕੇ ਤੁਹਾਨੂੰ ਭੇਜਦੀ ਹੈ, ਤੁਹਾਡਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਵਾਮ ਦਾ ਦੁੱਖ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਬਾਰੇ ਸੋਚੋ। ਮੇਰੇ ਹਿਸਾਬ ਨਾਲ ਜਦ ਕੋਈ ਚੀਜ਼ ਖੁਦਾ ਮਹਾਰਾਜ ਲਿਖਦਾ ਹੈ ਨਾ, ਜਦੋਂ ਕਿਸੇ ਆਵਾਮ ਨੂੰ ਜਗਾਉਣਾ ਹੁੰਦਾ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ। ਅੱਜ ਮੈਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਕਿ ਪੰਜਾਬ ਸਾਰਾ ਜਾਗਿਆ, ਹਿੰਦੁਸਤਾਨ ਸਾਰਾ ਜਾਗਿਆ। ਸਡਨਲੀ ਉਹਨੇ ਫੀਲ ਕੀਤਾ ਵੀ ਅਸੀਂ ਤਾਨਾਸ਼ਾਹ ਦੇ ਥੱਲੇ ਰਹਿ ਰਹੇ ਹਾਂ, ਵੀ ਸਾਨੂੰ ਤਾਂ ਕੁਚਲਿਆ ਜਾ ਰਿਹਾ। ਸੋ ਮੇਰਾ ਖਿਆਲ ਜਦ ਆਵਾਮ ਇਕੱਠੀ ਤੁਰਦੀ ਆ, ਫਿਰ ਤਖਤੋ ਤਾਜ ਕੀ, ਫਿਰ ਤਾਂ ਚੰਦ ਸਿਤਾਰੇ ਵੀ ਬਦਲ ਜਾਂਦੇ। ਪਰਟੀਕੂਲਰ ਬੰਦੇ ਬਾਰੇ ਜੇ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਦੇਣਗੇ, ਗੌਰਮੈਂਟ ਟੁੱਟ ਜੂਗੀ, ਤਾਂ ਇੱਥੇ ਗਵਰਨਰ ਰਾਜ ਲੱਗ ਜੂਗਾ। ਇਹੀ ਤਾਂ ਉਹ ਚਾਹੁੰਦੇ ਨੇ, ਆਪਾਂ ਕਿਉਂ ਕਰਨ ਦਈਏ? ਇੱਕ ਜਨਾਨੀ ਹੋ ਗਏ ਮਮਤਾ ਬੈਨਰਜੀ ਜੋ ਲੜ ਰਹੀ ਹੈ ਲੜਾਈ, ਤਾਂ ਕੀ ਗੱਲ ਆਪਾਂ ਮਰਦ ਹੋ ਕੇ ਲੜਾਈ ਨਹੀਂ ਲੜ ਸਕਦੇ? ਕੋਈ ਖੂਨ ਡੋਲਣ ਨਾਲ, ਅਸਲੇ ਚੱਕਣ ਨਾਲ, ਇੱਕ ਦੂਜੇ ਨੂੰ ਮਾਰਨ ਨਾਲ ਤੇ ਕਦੇ ਹੱਲ ਹੋ ਨਹੀਂ ਸਕਦਾ। ਹੱਲ ਹਮੇਸ਼ਾ ਟੇਬਲ ਤੇ ਬੈਠ ਕੇ ਹੋਊਗਾ, ਲੇਕਿਨ ਹੋਊਗਾ ਤਾਂ ਜਦ ਪਿਓ ਕਹੂਗਾ ਵੀ ਮੇਰੇ ਪੁੱਤਰ ਜਵਾਨ ਹੋ ਗਏ ਨੇ, ਇਹਨਾਂ ਨੂੰ ਮੇਰੀ ਕੋਈ ਚੀਜ਼ ਪਸੰਦ ਨਹੀਂ। ਹੱਲ ਕਿਵੇਂ ਹੋ ਸਕਦਾ? ਸੁਣੋ, ਬਿੱਲ ਪਾਸ ਹੋਇਆ, ਪੰਜਾਬ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਬਿੱਲ ਨਹੀਂ ਚੰਗਾ ਲੱਗਿਆ, ਠੀਕ ਹੈ। ਮੇਰਾ ਫਰਜ਼ ਬਣਦਾ ਹੈ, ਜੇ ਮੈਂ ਉੱਥੇ ਤਖਤ ਤਾਜ ਦਾ ਮਾਲਕ ਆ, ਚੰਗਾ ਵੀ ਮੈਂ ਤਾਂ ਆਪਣੇ ਲਈ ਠੀਕ ਹੀ ਸੋਚਿਆ ਸੀ, ਤੁਹਾਡੇ ਲਈ ਹੋ ਸਕਦਾ ਤੁਹਾਨੂੰ ਸਮਝ ਨਹੀਂ ਆਇਆ, ਆ ਮੈਂ ਪਾੜ ਕੇ ਸਿੱਟਦਾ, ਤੁਸੀਂ ਖੁਸ਼ ਚਾਹੀਦੇ ਹੋ। ਜਿਸ ਦਿਨ ਰਾਜੇ ਨੂੰ ਇਹ ਗੱਲ ਆ ਜੂਗੀ ਕਿ ਮੈਂ ਆਪਣੇ ਆਵਾਮ ਨੂੰ ਖੁਸ਼ ਰੱਖਣਾ, ਉਹ ਜ਼ਿੰਦਗੀ ਕਦੇ ਗਲਤ ਕਦਮ ਚੱਕ ਹੀ ਨਹੀਂ ਸਕਦਾ। ਕੀ ਪੁੱਛਿਆ ਉਹਨਾਂ ਨੇ ਮੈਂ ਬਿੱਲ ਪਾਸ ਕਰਾਂ ਨਾ ਕਰਾਂ? ਕੀ ਉਹਨਾਂ ਨੇ ਹਿੰਦੁਸਤਾਨ ਦੇ ਆਵਾਮ ਨੂੰ ਪੁੱਛਿਆ ਕਿ ਭਾਈ ਜੋ ਮੈਂ ਕਰਨ ਜਾ ਰਿਹਾ ਠੀਕ ਹੈ? ਇੱਕ ਰਾਜੇ ਦਾ ਫਰਜ਼ ਨਹੀਂ ਬਣਦਾ ਅੱਜ ਮੈਂ ਖੜਾ ਹੋ ਕੇ ਤੁਹਾਡੇ ਸਾਹਮਣੇ ਕਹਾਂ ਭਾਈ ਮੈਂ ਕੰਮ ਕਰਨ ਜਾ ਰਿਹਾ, ਤੁਸੀਂ ਦੱਸੋ ਮੈਂ ਠੀਕ ਹੈ ਗਲਤ ਹੈ? ਜੇ 99% ਵੀ ਲੋਕ ਰਾਜੀ ਨੇ, ਜੇ 1% ਨਹੀਂ ਰਾਜੀ, ਮੈਂ ਤਾਂ ਵੀ ਨਹੀਂ ਕਰੂੰ। ਨਹੀਂ ਹੋਣਾ ਵੀ ਇੱਦਾਂ ਹੀ ਚਾਹੀਦਾ ਜੀ। ਜੇ ਇੱਕ ਵੀ ਬੰਦਾ ਦੁਖੀ ਹੈ, ਗੱਲ ਸੁਣੋ, ਤੁਸੀਂ ਰਾਮਚੰਦਰ ਜੀ ਮਹਾਰਾਜ ਦੀ ਗੱਲ ਕਰਦੇ ਹੋ, ਕ੍ਰਿਸ਼ਨ ਜੀ ਮਹਾਰਾਜ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਦੇ ਕਿਰਦਾਰ ਦੇਖੋ ਕਿੱਡੇ ਵੱਡੇ ਨੇ। ਰਾਮਚੰਦਰ ਜੀ ਨੂੰ ਆਪਣਾ ਰਾਜ ਭਾਗ ਚਲਾਉਣ ਵਾਸਤੇ ਸੀਤਾ ਮਾਤਾ ਜੀ ਦੀ ਸੋਚ ਕਿੱਡੀ ਵੱਡੀ ਹੈ, ਕਿਸੇ ਨੇ ਦੱਸਿਆ ਹੀ ਨਹੀਂ। ਉਹਨਾਂ ਨੇ ਕਿਹਾ ਕਿ ਨਹੀਂ ਮੈਂ ਜਾਣੀ ਆ, ਮੈਨੂੰ ਰਾਜਨ ਤੇਰੇ ਅੱਖ 'ਚ ਹੰਝੂ ਨਹੀਂ ਦਿਖਣੇ ਚਾਹੀਦੇ, ਮੈਨੂੰ ਤੇਰਾ ਸ਼ਕਲ ਇਸ ਤਰ੍ਹਾਂ ਦੀ ਨਹੀਂ ਦਿਖਣੀ ਚਾਹੀਦੀ ਕਿ ਤੂੰ ਉਦਾਸ ਹੈ। ਕੋਈ ਗੱਲ ਨਹੀਂ, ਜੇ ਕਿਸੇ ਨੇ ਤਾਨਾ ਮਾਰਿਆ, ਪ੍ਰਜਾ ਖੁਸ਼ ਚਾਹੀਦੀ ਹੈ, ਭਾਵੇਂ ਮੈਂ ਆਪਦਾ ਘਰ ਬਰਬਾਦ ਕਰਨਾ। ਰਾਜਾ ਐਸਾ ਹੋਵੇ, ਹਰੀਸ਼ ਚੰਦਰ ਵਰਗਾ ਹੋਵੇ, ਜਿਹੜਾ ਇਹ ਆਖੇ ਦਾਨ ਵੀ ਦੇਵੇ ਤੇ ਸਿਰ ਵੀ ਝੁਕਾਵੇ ਤੇ ਰੋਵੇ ਵੀ। ਤੇ ਤੁਲਸੀਦਾਸ ਜੀ ਪੁੱਛਣ ਇਹ ਤੂੰ ਕਿੱਥੋਂ ਸਿੱਖਿਆ, ਤੇ ਉਹ ਕਹਿਣ ਕਿ ਦੇਣ ਵਾਲਾ ਕੋਈ ਹੋਰ, ਲੈਣ ਵਾਲਾ ਕੋਈ ਹੋਰ, ਮੇਰਾ ਸਿਰ ਝੁਕਦਾ ਜਦ ਮੈਂ ਦਾਨ ਦਿੰਦਾ। ਰਾਜਾ ਐਸਾ ਹੋਣਾ ਚਾਹੀਦਾ।